ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਉਸ ਦਿਨ ਮੈਂ ਆਪਣੇ ਪਤੀ ਨਾਲ ਬਾਜ਼ਾਰ ਗਈ ਸੀ। ਮੈਂ ਬਹੁਤ ਦਿਨਾਂ ਤੋਂ ਬਾਜ਼ਾਰ ਜਾਣਾ ਚਾਹੁੰਦੀ ਸੀ ਪਰ ਸਮਾਂ ਨਹੀਂ ਮਿਲ ਰਿਹਾ ਸੀ। ਅੱਜ ਐਤਵਾਰ ਸੀ, ਪਤੀ ਵੀ ਘਰ ਸੀ ਤਾਂ ਨਾਸ਼ਤਾ ਕਰਨ ਤੋਂ ਬਾਅਦ ਅਸੀਂ ਬਾਜ਼ਾਰ ਆ ਗਏ। ਅਜੇ ਮੈਂ ਕੁਝ ਚੀਜ਼ਾਂ ਦੇਖ ਹੀ ਰਹੀ ਸੀ ਕਿ ਕਿਸੇ ਨੇ ਮੈਨੂੰ ਪਿੱਛੋਂ ਆਵਾਜ਼ ਮਾਰੀ। ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਅਚਾਨਕ ਇੱਕ ਸਾਧੂ ਬਾਬਾ ਮੇਰੇ ਕੋਲ ਆਇਆ। ਇਸ ਤੋਂ ਪਹਿਲਾਂ ਉਹ ਮੇਰੇ ਤੋਂ ਕੁਝ ਮੰਗਦਾ ਤੇ ਆਸ਼ੀਰਵਾਦ ਦੇਣਾ ਸ਼ੁਰੂ ਕਰਦਾ। ਉਸ ਤੋਂ ਪਹਿਲਾਂ ਹੀ ਮੈਂ ਉਹਨਾਂ ਨੂੰ 100 ਦਾ ਨੋਟ ਦਾਨ 'ਚ ਦੇ ਦਿੱਤਾ। ਪੈਸੇ ਦੇ ਕੇ ਮੈਂ ਜਿਵੇਂ ਹੀ ਮੁੜੀ ਤਾਂ ਉਸ ਬਾਬਾ ਨੇ ਮੇਰਾ ਪੱਲਾ ਫੜ ਲਿਆ ਤੇ ਬੋਲਿਆ ਕਿ ਦੇਵੀ ਜੀ ਪੈਸੇ ਵਾਪਸ ਲੈ ਲਓ। ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਅਜੀਬ ਜਿਹਾ ਲੱਗਿਆ। ਇਹ ਪਹਿਲਾ ਸਾਧੂ ਹੋਵੇਗਾ ਜੋ ਪੈਸੇ ਵਾਪਸ ਦੇ ਰਿਹਾ ਸੀ। ਰੱਖ ਲਓ, ਕੀ ਹੋਇਆ, ਮੈਂ ਬੋਲਿਆ। ਤਾਂ ਉਹ ਮੇਰਾ ਪੱਲਾ ਫੜ ਕੇ ਬੋਲਿਆ ਕਿ ਤੁਸੀਂ ਉਹੀ ਹੋ ਨਾ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਤਦ ਹੀ ਉਹ ਮੇਰੇ ਪੈਰ ਫੜ ਕੇ ਬੋਲਿਆ, ਦੇਵੀ ਜੀ ਮੈਨੂੰ ਪੈਸੇ ਨਹੀਂ ਚਾਹੀਦੇ, ਸਗੋਂ ਮੇਰੇ ਚਿਹਰੇ ਤੇ ਥੱਪੜ ਮਾਰੋ। ਇਹ ਕਹਿ ਕੇ ਉਹ ਖੁਦ ਦੇ ਹੱਥਾਂ ਨਾਲ ਹੀ ਥੱਪੜ ਮਾਰਨ ਲੱਗਿਆ। ਇਹ ਦੇਖ ਕੇ ਮੈਂ ਡਰ ਗਈ ਤੇ ਤੁਰੰਤ ਪਤੀ ਦਾ ਹੱਥ ਖਿੱਚ ਕੇ ਬੋਲੀ ਕਿ ਰਾਜੇਸ਼ ਚਲੋ ਘਰ ਚੱਲਦੇ ਹਾਂ। ਉਹਨਾਂ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਈ ਹਾਂ ਤਾਂ ਆਪਣੀ ਸ਼ਾਪਿੰਗ ਕਰਕੇ ਹੀ ਘਰ ਜਾਵਾਂ, ਪਰ ਮੈਂ ਤਿਆਰ ਨਾ ਹੋਈ। ਮੈਂ ਬਹੁਤ ਡਰੀ ਹੋਈ ਸੀ। ਮੈਂ ਉੱਥੇ ਰੁਕ ਨਹੀਂ ਸਕਦੀ ਸੀ ਤੇ ਨਾ ਹੀ ਮੈਂ ਸ਼ਾਂਤੀ ਨਾਲ ਸ਼ਾਪਿੰਗ ਕਰ ਸਕਦੀ ਸੀ। ਇਸ ਲਈ ਮੈਂ ਉਹਨਾਂ ਨੂੰ ਲੈ ਕੇ ਕਾਰ 'ਚ ਬੈਠ ਗਈ ਤੇ ਬਿਨਾਂ ਕੁਝ ਖਰੀਦੇ ਹੀ ਘਰ ਵਾਪਸ ਆ ਗਈ। ਅਗਲੇ ਦਿਨ ਮੈਂ ਉਸੇ ਪਾਗਲ ਸਾਧੂ ਬਾਬੇ ਬਾਰੇ ਸੋਚ ਹੀ ਰਹੀ ਸੀ ਕਿ ਉਸੇ ਵੇਲੇ ਨੌਕਰਾਨੀ ਨੇ ਆ ਕੇ ਮੈਨੂੰ ਕਿਹਾ ਕਿ ਬਾਹਰ ਕੋਈ ਆਇਆ ਹੈ ਤੇ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਮੈਂ ਚੁੰਨੀ ਲੈ ਕੇ ਜਿਵੇਂ ਹੀ ਬਾਹਰ ਗਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਹੀ ਸਾਧੂ ਬਾਬਾ ਦਰਵਾਜ਼ੇ ਤੇ ਖੜਾ ਸੀ। ਮੈਂ ਉਸੇ ਸਮੇਂ ਗੇਟ ਬੰਦ ਕਰ ਦਿੱਤਾ ਤੇ ਤੁਰੰਤ ਅੰਦਰ ਭੱਜ ਗਈ। ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਸੀ। ਮੈਂ ਇਸ ਸੋਚ ਕੇ ਚਿੰਤਿਤ ਸੀ ਕਿ ਮੈਂ ਘਰੇ ਇਕੱਲੀ ਹਾਂ। ਮੈਂ ਅੰਦਰ ਆ ਕੇ ਸੁੱਖ ਦਾ ਸਾਹ ਲਿਆ ਤੇ ਸੋਚਣ ਲੱਗੀ ਕਿ ਇਹ ਸਾਧੂ ਬਾਬਾ ਮੇਰੇ ਘਰ ਤੱਕ ਕਿਵੇਂ ਪਹੁੰਚ ਗਿਆ ਤੇ ਮੇਰਾ ਪਿੱਛਾ ਕਿਉਂ ਕਰ ਰਿਹਾ ਹੈ। ਮੈਂ ਬਹੁਤ ਸੋਚਿਆ ਪਰ ਮੈਂ ਕਿਸੇ ਨਤੀਜੇ ਤੇ ਨਾ ਪਹੁੰਚੀ। ਸ਼ਾਮ ਨੂੰ ਜਦੋਂ ਰਾਜੇਸ਼ ਘਰ ਆਇਆ ਤਾਂ ਮੈਂ ਉਹਨਾਂ ਨੂੰ ਇਸ ਸਾਧੂ ਬਾਰੇ ਕੁਝ ਨਹੀਂ ਕਿਹਾ ਕਿਉਂਕਿ ਉਹ ਥੱਕੇ ਹੋਏ ਸਨ ਤੇ ਬਿਨਾਂ ਵਜ੍ਹਾ ਪਰੇਸ਼ਾਨ ਹੋ ਜਾਂਦੇ। ਪਰ ਹੁਣ ਤਾਂ ਰੋਜ਼ ਉਹ ਬਾਬਾ ਮੇਰੇ ਘਰ ਦੇ ਬਾਹਰ ਚੱਕਰ ਲਾਉਂਦਾ ਤੇ ਕਦੇ-ਕਦੇ ਦਰਵਾਜ਼ਾ ਖੜਕਾਉਂਦਾ ਤੇ ਕਹਿੰਦਾ, ਬਾਬਾ ਦੀ ਗੱਲ ਸੁਣ ਲਓ, ਪਰ ਮੈਂ ਗੇਟ ਨਾ ਖੋਲਦੀ। ਉਸ ਦੀ ਗੱਲ ਸੁਣਨਾ ਤਾਂ ਦੂਰ ਦੀ ਗੱਲ ਸੀ, ਮੈਂ ਡਰ 'ਚ ਜਿਉਂ ਰਹੀ ਸੀ। ਮੇਰੀ ਰਾਤਾਂ ਦੀ ਨੀਂਦ ਉੱਡ ਗਈ ਸੀ। ਡਰ ਕਰਕੇ ਅਚਾਨਕ ਮੇਰੀ ਅੱਖ ਖੁੱਲ ਜਾਂਦੀ ਤੇ ਦੁਬਾਰਾ ਸੌਣ ਦੀ ਕੋਸ਼ਿਸ਼ 'ਚ ਰਾਤ ਲੰਘ ਜਾਂਦੀ ਸੀ। ਨੀਂਦ ਪੂਰੀ ਨਾ ਹੋਣ ਕਰਕੇ ਮੇਰੀ ਤਬੀਅਤ ਖਰਾਬ ਰਹਿਣ ਲੱਗੀ ਸੀ। ਇਸੇ ਤਰ੍ਹਾਂ ਕਈ ਦਿਨ ਬੀਤ ਗਏ। ਮੈਂ ਸੋਚਦੀ ਰਹਿੰਦੀ ਕਿ ਆਖਰ ਇਹ ਸਾਧੂ ਬਾਬਾ ਮੇਰੇ ਨਾਲ ਕੀ ਗੱਲ ਕਰਨਾ ਚਾਹੁੰਦਾ ਹੈ। ਮੈਂ ਤਾਂ ਇਸ ਨੂੰ ਜਾਣਦੀ ਤੱਕ ਨਹੀਂ। ਉਸ ਦਿਨ ਮੈਂ ਇਸ ਨੂੰ ਪਹਿਲੀ ਵਾਰ ਬਾਜ਼ਾਰ 'ਚ ਹੀ ਦੇਖਿਆ ਸੀ। ਇੱਕ ਦਿਨ ਮੈਂ ਤੰਗ ਆ ਕੇ ਆਪਣੇ ਪਤੀ ਨੂੰ ਦੱਸ ਦਿੱਤਾ, ਰਾਜੇਸ਼ ਤੁਹਾਨੂੰ ਉਹ ਸਾਧੂ ਬਾਬਾ ਯਾਦ ਹੈ ਨਾ? ਕਿਹੜਾ ਸਾਧੂ ਬਾਬਾ? ਰਾਜੇਸ਼ ਨੇ ਚਾਹ ਪੀਂਦੇ ਹੋਏ ਕਿਹਾ। ਉਹੀ ਜੋ ਉਸ ਦਿਨ ਬਾਜ਼ਾਰ 'ਚ ਮਿਲਿਆ ਸੀ, ਅਜੀਬ ਪਾਗਲ ਜਿਹਾ। ਅੱਛਾ, ਉਹ ਪਾਗਲ ਜਿਸ ਦੇ ਡਰ ਕਰਕੇ ਤੂੰ ਖਰੀਦਦਾਰੀ ਹੀ ਨਹੀਂ ਕੀਤੀ ਸੀ ਤੇ ਵਾਪਸ ਘਰ ਆ ਗਈ ਸੀ। ਉਹਨਾਂ ਨੇ ਯਾਦ ਕਰਕੇ ਹੱਸਦੇ ਹੋਏ ਕਿਹਾ ਕਿ ਤੂੰ ਹੁਣ ਵੀ ਉਸ ਤੋਂ ਡਰ ਰਹੀ ਹੈ। ਇਸ ਘਟਨਾ ਨੂੰ ਤਾਂ ਕਾਫੀ ਸਮਾਂ ਹੋ ਗਿਆ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਸਾਧੂ ਬਾਬਾ ਹਰ ਦਿਨ ਸਾਡੇ ਘਰ ਦੇ ਚੱਕਰ ਲਾਉਂਦਾ ਹੈ ਤੇ ਵਾਰ-ਵਾਰ ਇਹੀ ਕਹਿੰਦਾ ਹੈ ਕਿ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਹੈ। ਅੱਛਾ, ਉਹਨਾਂ ਨੇ ਹੈਰਾਨੀ ਨਾਲ ਬੋਲਿਆ, ਅਜੀਬ ਗੱਲ ਹੈ ਭਾਈ, ਉਸ ਸਾਧੂ ਬਾਬਾ ਨੂੰ ਭਲਾ ਤੇਰੇ ਨਾਲ ਕੀ ਗੱਲ ਕਰਨੀ ਹੈ? ਇਹੀ ਤਾਂ ਮੈਂ ਵੀ ਸੋਚਦੀ ਹਾਂ ਕਿ ਆਖਰ ਉਸ ਨੂੰ ਮੇਰੇ ਨਾਲ ਕੀ ਕੰਮ ਹੋਵੇਗਾ। ਫਿਰ ਇੱਕ ਦਿਨ ਮੈਂ ਉਸ ਸਾਧੂ ਬਾਬਾ ਨੂੰ ਰਾਜੇਸ਼ ਦੀ ਮੌਜੂਦਗੀ 'ਚ ਘਰ ਦੇ ਅੰਦਰ ਬੁਲਾਇਆ ਤੇ ਜਦੋਂ ਉਹ ਅੰਦਰ ਦਾਖਲ ਹੋਇਆ ਤਾਂ ਅਚਾਨਕ ਮੇਰੀ ਨਜ਼ਰ ਉਸ ਸਾਧੂ ਬਾਬਾ ਦੇ ਕੱਪੜਿਆਂ 'ਚ ਲੁਕੇ ਉਸ ਦੇ ਹੱਥ ਤੇ ਪਈ ਜਿਸ ਤੇ ਉਹ ਚੀਜ਼ ਬੰਨੀ ਹੋਈ ਸੀ, ਜਿਸ ਨੂੰ ਦੇਖ ਕੇ ਮੇਰੀ ਰੂਹ ਕੰਬ ਗਈ ਸੀ। ਤਾਂ ਕਹਾਣੀ ਸ਼ੁਰੂ ਹੁੰਦੀ ਹੈ ਮੇਰੇ ਕਾਲਜ ਦੇ ਦਿਨਾਂ ਤੋਂ। ਮੈਂ ਇੱਕ ਬਹੁਤ ਹੀ ਸਿੱਧੀ ਸਾਦੀ ਤੇ ਸਧਾਰਨ ਜਿਹੀ ਲੜਕੀ ਸੀ। ਮੈਨੂੰ ਚੰਗੇ ਬੁਰੇ ਦੀ ਕੋਈ ਪਹਿਚਾਣ ਨਹੀਂ ਸੀ। ਦੁਨੀਆ 'ਚ ਕੀ ਹੋ ਰਿਹਾ ਸੀ ਉਸ 'ਚ ਮੈਨੂੰ ਕੋਈ ਦਿਲਚਸਪੀ ਨਹੀਂ ਸੀ। ਆਪਣੀ ਮੌਜ 'ਚ ਰਹਿੰਦੀ। ਕਾਲਜ ਤੋਂ ਸਿੱਧਾ ਘਰ ਆਉਂਦੀ ਸੀ ਤੇ ਘਰ ਤੋਂ ਸਿੱਧਾ ਕਾਲਜ। ਘਰ ਆ ਕੇ ਖਾਣਾ ਖਾ ਕੇ ਸੋ ਜਾਂਦੀ ਤੇ ਰਾਤ ਦਾ ਖਾਣਾ ਬਣਾਉਣ ਸਮੇਂ ਮਾਂ ਦਾ ਹੱਥ ਵਟਾਉਂਦੀ। ਅਸੀਂ 2 ਭੈਣਾਂ ਹੀ ਸੀ ਤੇ ਮੈਂ ਛੋਟੀ ਸੀ। ਵੱਡੀ ਭੈਣ ਦੀ ਮੰਗਣੀ ਹੋ ਗਈ ਸੀ। 5-6 ਮਹੀਨੇ 'ਚ ਵਿਆਹ ਵੀ ਹੋਣ ਵਾਲਾ ਸੀ। ਮੈਂ ਇੰਨੀ ਚੰਗੀ ਵਿਦਿਆਰਥਣ ਨਹੀਂ ਸੀ ਪਰ ਮੇਰੇ ਮਾਤਾ ਪਿਤਾ ਨੂੰ ਮੈਨੂੰ ਪੜ੍ਹਾਉਣਾ ਹੀ ਸੀ, ਇਸ ਲਈ ਮਿਹਨਤ ਕਰਕੇ ਪਾਸ ਹੋ ਜਾਂਦੀ ਸੀ। ਇਸੇ ਤਰ੍ਹਾਂ ਮੇਰੇ ਦਿਨ ਬੀਤ ਰਹੇ ਸਨ ਕਿ ਇੱਕ ਦਿਨ ਮੈਂ ਆਪਣੀਆਂ ਸਹੇਲੀਆਂ ਨਾਲ ਕਾਲਜ ਤੋਂ ਵਾਪਸ ਆ ਰਹੀ ਸੀ ਤਾਂ ਇੱਕ ਲੜਕਾ ਖੜਾ ਮੈਨੂੰ ਘੂਰ ਰਿਹਾ ਸੀ। ਮੈਂ ਵੀ ਉਸ ਨੂੰ ਦੇਖਿਆ ਤੇ ਉਸ ਨੂੰ ਨਜ਼ਰ ਅੰਦਾਜ਼ ਕਰਕੇ ਉੱਥੋਂ ਆ ਗਈ। ਅਗਲੇ ਦਿਨ ਉਹੀ ਲੜਕਾ ਫਿਰ ਤੋਂ ਰਾਸਤੇ 'ਚ ਖੜਾ ਨਜ਼ਰ ਆਇਆ। ਮੈਂ ਦੇਖਿਆ ਉਹ ਦੇਖਣ 'ਚ ਠੀਕ ਠਾਕ ਸੀ। ਮੇਰੇ ਵੱਲ ਹੀ ਦੇਖ ਕੇ ਮੁਸਕਰਾ ਰਿਹਾ ਸੀ।
ਫਿਰ ਉਹ ਲੜਕਾ ਰੋਜ਼ ਉੱਥੇ ਖੜਾ ਦਿਸਦਾ ਸੀ। ਮੈਨੂੰ ਵੀ ਉਸ ਦੀ ਆਦਤ ਹੋ ਗਈ ਸੀ। ਕਹਿੰਦਾ ਤਾਂ ਕੁਝ ਨਹੀਂ ਸੀ, ਕਿਉਂਕਿ ਮੇਰੀਆਂ ਸਹੇਲੀਆਂ ਵੀ ਮੇਰੇ ਨਾਲ ਹੁੰਦੀਆਂ ਸਨ। ਇੱਕ ਦਿਨ ਮੈਂ ਬੁਖਾਰ ਕਰਕੇ ਛੇਤੀ ਘਰ ਵੱਲ ਚੱਲ ਪਈ। ਘਰ ਜ਼ਿਆਦਾ ਦੂਰ ਨਹੀਂ ਸੀ, ਇਸ ਲਈ ਮੈਂ ਪੈਦਲ ਹੀ ਆਉਂਦੀ ਜਾਂਦੀ ਸੀ। ਉਹ ਲੜਕਾ ਕਾਲਜ ਤੋਂ ਥੋੜੀ ਦੂਰ ਖੜਾ ਮੈਨੂੰ ਨਜ਼ਰ ਆਇਆ। ਮੈਂ ਅੱਗੇ ਵੱਧਦੀ ਗਈ। ਉਸਨੇ ਮੈਨੂੰ ਇਕੱਲੇ ਆਉਂਦੇ ਦੇਖ ਕੇ ਰੋਕਿਆ। ਮੈਂ ਰੁਕ ਗਈ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੈਂ ਹਿੰਮਤ ਕਰਕੇ ਕਿਹਾ ਕਿ ਕੀ ਗੱਲ ਹੈ ਤੇ ਤੂੰ ਕੌਣ ਹੈ ਤੇ ਰੋਜ਼ ਮੇਰੇ ਰਾਸਤੇ 'ਚ ਕਿਉਂ ਖੜਦਾ ਹੈ? ਉਹ ਮੁਸਕਰਾਇਆ ਤੇ ਬੋਲਿਆ, ਤੇਰੇ ਕਰਕੇ। ਮੈਂ ਡਰ ਗਈ। ਉਹ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿਣ ਲੱਗਿਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਰੀਨਾ। ਮੈਂ ਹੈਰਾਨ ਰਹਿ ਗਈ ਕਿ ਇਹ ਤਾਂ ਮੇਰਾ ਨਾਂ ਵੀ ਜਾਣਦਾ ਸੀ। ਮੇਰੇ ਹੱਥ ਪੈਰ ਕੰਬ ਰਹੇ ਸਨ। ਮੈਂ ਪੁੱਛਿਆ ਕਿ ਤੂੰ ਮੇਰਾ ਨਾਂ ਕਿਵੇਂ ਜਾਣਦਾ ਹੈ? ਉਸਨੇ ਕਿਹਾ ਕਿ ਨਾਮ ਜਾਣਨਾ ਕਿਹੜਾ ਮੁਸ਼ਕਿਲ ਕੰਮ ਹੈ, ਮੈਂ ਤਾਂ ਤੇਰੇ ਘਰ ਦਾ ਪਤਾ ਵੀ ਜਾਣਦਾ ਹਾਂ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਡਰਦੇ ਹੋਏ ਪੁੱਛਿਆ ਕਿ ਤੂੰ ਕੀ ਚਾਹੁੰਦਾ ਹੈ? ਉਹ ਬੋਲਿਆ ਕਿ ਮੈਂ ਜਦੋਂ ਤੋਂ ਤੈਨੂੰ ਦੇਖਿਆ ਹੈ ਮੇਰੀ ਨੀਂਦ ਉੱਡ ਗਈ ਹੈ, ਮੇਰਾ ਚੈਨ ਗਵਾਚ ਗਿਆ ਹੈ ਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਪਿਆਰ ਦਾ ਜਵਾਬ ਤੂੰ ਵੀ ਪਿਆਰ ਨਾਲ ਦੇਵੇਂ। ਇਹ ਸੁਣ ਕੇ ਮੈਂ ਉੱਥੋਂ ਤੁਰ ਪਈ ਤੇ ਉਹ ਮੈਨੂੰ ਪਿੱਛੋਂ ਆਵਾਜ਼ਾਂ ਮਾਰਦਾ ਰਹਿ ਗਿਆ ਤੇ ਮੈਂ ਭੱਜਦੀ ਹੋਈ ਘਰ ਆ ਗਈ। ਰਾਤ ਨੂੰ ਮੈਂ ਉਸ ਲੜਕੇ ਬਾਰੇ ਹੀ ਸੋਚਦੀ ਰਹੀ। ਉਸਨੇ ਆਪਣਾ ਨਾਂ ਰਾਕੇਸ਼ ਦੱਸਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਲੜਕੇ ਨੂੰ ਮੇਰੇ 'ਚ ਇੰਨੀ ਦਿਲਚਸਪੀ ਹੋਈ ਸੀ। ਮੈਨੂੰ ਬੁਰਾ ਵੀ ਨਹੀਂ ਲੱਗ ਰਿਹਾ ਸੀ। ਫਿਰ ਉਹ ਰੋਜ਼ ਹੀ ਰਸਤੇ 'ਚ ਮੁਸਕਰਾਉਂਦਾ ਹੋਇਆ ਮਿਲਦਾ ਤੇ ਇਸ਼ਾਰਿਆਂ 'ਚ ਨਮਸਕਾਰ ਕਰਦਾ ਤੇ ਮੈਂ ਸੰਗ ਜਾਂਦੀ। ਕੁਝ ਦਿਨਾਂ ਬਾਅਦ ਉਹ ਮੈਨੂੰ ਚਿੱਠੀ ਦੇਣ ਲੱਗਿਆ ਤੇ ਮੈਂ ਘਰ ਆ ਕੇ ਉਸ ਚਿੱਠੀ ਨੂੰ ਪੜ੍ਹਦੀ, ਫਿਰ ਉਹਨਾਂ ਨੂੰ ਲੁਕੋ ਕੇ ਰੱਖ ਦਿੰਦੀ। ਫਿਰ ਮੈਂ ਵੀ ਉਸ ਦੀ ਚਿੱਠੀ ਦਾ ਜਵਾਬ ਲਿਖ ਕੇ ਦੇਣ ਲੱਗੀ। ਮੈਂ ਉਸਨੂੰ ਪਸੰਦ ਕਰਨ ਲੱਗੀ ਸੀ। ਹਾਂ, ਮੈਂ ਉਸਨੂੰ ਪਿਆਰ ਕਰਨ ਲੱਗੀ ਸੀ। ਪਹਿਲੇ ਪਿਆਰ ਦਾ ਇਹ ਅਹਿਸਾਸ ਮੈਨੂੰ ਸਾਰਾ ਦਿਨ ਉਸ ਦੀਆਂ ਯਾਦਾਂ 'ਚ ਡਬੋਈ ਰੱਖਦਾ ਸੀ। ਅਸੀਂ ਰੋਜ਼ ਰਸਤੇ 'ਚ ਇੱਕ ਦੂਜੇ ਨੂੰ ਦੇਖਦੇ ਸੀ ਤੇ ਚਿੱਠੀ ਰਾਹੀਂ ਗੱਲਬਾਤ ਕਰਦੇ ਸੀ। ਫਿਰ ਇੱਕ ਦਿਨ ਉਸਨੇ ਚਿੱਠੀ 'ਚ ਲਿਖਿਆ ਕਿ ਅਸੀਂ ਕਦੋਂ ਤੱਕ ਆਖਰ ਚਿੱਠੀਆਂ ਹੀ ਲਿਖਦੇ ਰਹਾਂਗੇ, ਸਾਨੂੰ ਦੋਵਾਂ ਨੂੰ ਕਿਤੇ ਮਿਲਣਾ ਚਾਹੀਦਾ ਹੈ। ਮੈਂ ਉਸਨੂੰ ਜਵਾਬ 'ਚ ਲਿਖਿਆ ਕਿ ਮਿਲਣਾ ਤਾਂ ਮੈਂ ਵੀ ਚਾਹੁੰਦੀ ਹਾਂ, ਪਰ ਇਹ ਸੰਭਵ ਨਹੀਂ, ਅਸੀਂ ਫੜੇ ਜਾਵਾਂਗੇ। ਉਸਨੇ ਲਿਖਿਆ ਕਿ ਤੂੰ ਕਾਲਜ ਆਵੀਂ ਤੇ ਉੱਥੋਂ ਮੇਰੇ ਨਾਲ ਚੱਲੀ, ਫਿਰ ਮੈਂ ਛੁੱਟੀ ਦੇ ਸਮੇਂ ਤੈਨੂੰ ਕਾਲਜ ਛੱਡ ਦੇਵਾਂਗਾ। ਮੈਂ ਮੰਨ ਗਈ। ਅਗਲੇ ਦਿਨ ਮੈਂ ਕਾਲਜ ਲਈ ਘਰੋਂ ਨਿਕਲੀ ਤਾਂ ਉਹ ਕਾਲਜ ਕੋਲ ਆਪਣਾ ਮੋਟਰਸਾਈਕਲ ਲੈ ਕੇ ਬਾਹਰ ਖੜਾ ਸੀ। ਮੈਂ ਇੱਧਰ ਉੱਧਰ ਦੇਖਿਆ ਤੇ ਉਸਦੇ ਮੋਟਰਸਾਈਕਲ ਤੇ ਬੈਠ ਗਈ। ਉਹ ਮੈਨੂੰ ਇੱਕ ਗਾਰਡਨ 'ਚ ਲੈ ਗਿਆ। ਉੱਥੇ ਉਹ ਮੈਨੂੰ ਆਪਣੇ ਪਿਆਰ ਦਾ ਵਿਸ਼ਵਾਸ ਦਿਵਾਉਂਦਾ ਰਿਹਾ। ਕਈ ਵਾਅਦੇ ਕੀਤੇ, ਬਹੁਤ ਕਸਮਾਂ ਖਾਧੀਆਂ ਤੇ ਕਿਹਾ ਕਿ ਉਹ ਮੇਰੇ ਬਿਨਾਂ ਨਹੀਂ ਰਹਿ ਸਕਦਾ। ਉਸ ਦਾ ਮੇਰੇ ਪ੍ਰਤੀ ਪਿਆਰ ਦੇਖ ਕੇ ਮੈਨੂੰ ਖੁਦ ਤੋਂ ਜਲਨ ਹੋਣ ਲੱਗੀ। ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਕੋਈ ਲੜਕਾ ਮੇਰੀ ਜ਼ਿੰਦਗੀ 'ਚ ਆਵੇਗਾ ਤੇ ਮੈਨੂੰ ਇੰਨਾ ਪਿਆਰ ਕਰੇਗਾ। ਮੈਂ ਉਸ ਦਿਨ ਬਹੁਤ ਖੁਸ਼ ਸੀ। ਘਰ ਆਈ ਤਾਂ ਉਸ ਨੂੰ ਯਾਦ ਕਰਕੇ ਵਾਰ-ਵਾਰ ਮੁਸਕਰਾਉਂਦੀ ਸੀ। ਫਿਰ ਅਕਸਰ ਅਸੀਂ ਮਿਲਣ ਲੱਗੇ, ਪਹਿਲਾਂ ਗਾਰਡਨ 'ਚ, ਫਿਰ ਹੋਟਲਾਂ 'ਚ ਤੇ ਇੱਕ ਦਿਨ ਉਹ ਮੈਨੂੰ ਆਪਣੇ ਦੋਸਤ ਦੇ ਫਲੈਟ ਤੇ ਲੈ ਗਿਆ। ਮੈਂ ਡਰ ਗਈ ਤੇ ਬੋਲੀ ਕਿ ਰਾਕੇਸ਼, ਤੂੰ ਮੈਨੂੰ ਇੱਥੇ ਕਿਉਂ ਲਿਆਇਆ ਹੈ? ਉਹ ਬੋਲਿਆ ਕਿ ਤੂੰ ਅੰਦਰ ਤਾਂ ਚੱਲ। ਮੇਰਾ ਹੱਥ ਫੜ ਕੇ ਮੈਨੂੰ ਅੰਦਰ ਲੈ ਗਿਆ। ਫਿਰ ਇੱਕ ਛੋਟਾ ਜਿਹਾ ਇੱਕ ਕਮਰੇ ਦਾ ਫਲੈਟ ਸੀ ਜਿੱਥੇ ਉਹ ਮੈਨੂੰ ਲੈ ਕੇ ਆਇਆ ਸੀ। ਉਸਨੇ ਮੈਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਕਿਹਾ ਕਿ ਤੂੰ ਬਹੁਤ ਛੇਤੀ ਆਪਣੇ ਪਰਿਵਾਰ ਵਾਲਿਆਂ ਨੂੰ ਤੇਰੇ ਘਰ ਭੇਜ ਦੇਵਾਂਗਾ। ਤੇ ਫਿਰ ਮੈਂ ਵੀ ਉਸ ਦੀਆਂ ਗੱਲਾਂ 'ਚ ਆ ਕੇ ਉਸ 'ਚ ਗਵਾਚ ਗਈ, ਕਿਉਂਕਿ ਮੈਂ ਉਸ ਦੇ ਪਿਆਰ 'ਚ ਬਹੁਤ ਮਜਬੂਰ ਹੋ ਗਈ ਸੀ। ਮੇਰੇ ਕੋਲ ਉਸ ਦੀ ਗੱਲ ਮੰਨਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਘਰ ਆ ਕੇ ਮੈਂ ਬਹੁਤ ਰੋਈ ਤੇ ਪਛਤਾਈ ਕਿ ਇਹ ਮੈਂ ਕੀ ਕਰ ਦਿੱਤਾ। ਮੈਂ ਕਿਸੇ ਨਾਲ ਇਸ ਹੱਦ ਤੱਕ ਪਿਆਰ ਕਿਵੇਂ ਕਰ ਸਕਦੀ ਹਾਂ? ਪਰ ਅਗਲੇ ਦਿਨ ਰਾਕੇਸ਼ ਨੇ ਮੈਨੂੰ ਫਿਰ ਤੋਂ ਆਪਣੇ ਪਿਆਰ ਦਾ ਵਿਸ਼ਵਾਸ ਦਿਵਾ ਕੇ ਸਭ ਕੁਝ ਭੁਲਾ ਦਿੱਤਾ। ਕੁਝ ਦਿਨਾਂ ਤੋਂ ਮੇਰੀ ਤਬੀਅਤ ਠੀਕ ਨਹੀਂ ਸੀ। ਮੇਰਾ ਸਰੀਰ ਬੇਜਾਨ ਜਿਹਾ ਹੋ ਰਿਹਾ ਸੀ। ਇੱਕ ਦਿਨ ਮੈਨੂੰ ਕਾਲਜ ਚੱਕਰ ਆ ਗਿਆ ਤਾਂ ਮੇਰੀ ਸਹੇਲੀ ਮੈਨੂੰ ਨਾਲ ਦੇ ਕਲੀਨਿਕ ਤੇ ਲੈ ਗਈ, ਜਿੱਥੇ ਮੇਰਾ ਚੈੱਕਅਪ ਕਰਨ ਤੋਂ ਬਾਅਦ ਡਾਕਟਰ ਨੇ ਮੈਥੋਂ ਮੇਰੇ ਪਤੀ ਦਾ ਨਾਂ ਪੁੱਛਿਆ, ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ ਤੇ ਆਪਣੀ ਸਹੇਲੀ ਵੱਲ ਦੇਖਿਆ। ਮੇਰੀ ਸਹੇਲੀ ਨੇ ਡਾਕਟਰ ਨੂੰ ਕਿਹਾ ਕਿ ਇਹ ਤਾਂ ਅਜੇ ਕੁਆਰੀ ਹੈ, ਇਸ ਦਾ ਵਿਆਹ ਨਹੀਂ ਹੋਇਆ। ਇਹ ਸੁਣ ਕੇ ਡਾਕਟਰ ਨੇ ਅਜੀਬ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਤੇ ਕਿਹਾ ਕਿ ਫਿਰ ਇਹ ਬੱਚਾ ਕਿਸ ਦਾ ਹੈ? ਬੱਚਾ? ਇਹ ਸੁਣ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਮੈਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ ਕਿ ਡਾਕਟਰ ਕੀ ਬੋਲ ਰਹੀ ਸੀ। ਮੇਰੀ ਸਹੇਲੀ ਮੈਨੂੰ ਕਲੀਨਿਕ 'ਚੋਂ ਬਾਹਰ ਲੈ ਆਈ ਤੇ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਮੇਰੀ ਹਾਲਤ ਦੇਖ ਕੇ ਉਸਨੇ ਮੈਥੋਂ ਹੋਰ ਕੁਝ ਨਹੀਂ ਪੁੱਛਿਆ ਤੇ ਮੈਨੂੰ ਦਿਲਾਸਾ ਦਿੰਦੇ ਹੋਏ ਬੋਲੀ ਕਿ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ, ਇਸ ਰਾਜ ਨੂੰ ਰਾਜ ਹੀ ਰੱਖਾਂਗੀ। ਇਸ ਸਮੇਂ ਤੇਰੀ ਹਾਲਤ ਅਜਿਹੀ ਨਹੀਂ ਹੈ ਕਿ ਮੈਂ ਤੈਨੂੰ
ਕੋਈ ਸਵਾਲ ਕਰਾਂ। ਉਸਨੇ ਮੈਨੂੰ ਘਰ ਛੱਡਿਆ ਤੇ ਚਲੀ ਗਈ। ਜਦੋਂ ਮੈਂ ਘਰ ਪਹੁੰਚੀ ਤਾਂ ਆਪਣੇ ਬਿਸਤਰੇ 'ਤੇ ਪੈ ਕੇ ਰੋਣ ਲੱਗੀ। ਮੈਂ ਸੋਚਣ ਲੱਗੀ ਕਿ ਹੁਣ ਮੈਂ ਕੀ ਕਰਾਂ, ਕਿਵੇਂ ਮੂੰਹ ਦਿਖਾਵਾਂ ਦੁਨੀਆ ਨੂੰ, ਆਪਣੇ ਘਰਦਿਆਂ ਨੂੰ ਕੀ ਕਹਾਂਗੀ। ਅਗਲੇ ਦਿਨ ਮੈਂ ਰਾਕੇਸ਼ ਨੂੰ ਮਿਲੀ ਤੇ ਉਸ ਨੂੰ ਸਾਰੀ ਗੱਲ ਦੱਸੀ। ਉਹ ਬਿਲਕੁਲ ਵੀ ਪਰੇਸ਼ਾਨ ਨਾ ਹੋਇਆ ਤੇ ਕਹਿਣ ਲੱਗਿਆ ਕਿ ਘਬਰਾਓ ਨਾ, ਮੈਂ ਜਲਦ ਹੀ ਆਪਣੇ ਘਰ ਵਾਲਿਆਂ ਨੂੰ ਭੇਜਾਂਗਾ। ਤੂੰ ਆਪਣੇ ਘਰ ਗੱਲ ਕਰ ਤੇ ਜੇਕਰ ਉਹ ਨਾ ਮੰਨੇ ਤਾਂ ਅਸੀਂ ਦੋਵੇਂ ਭੱਜ ਕੇ ਵਿਆਹ ਕਰ ਲਵਾਂਗੇ। ਉਹ ਫਿਰ ਤੋਂ ਮੈਨੂੰ ਸੁਪਨੇ ਦਿਖਾਉਣ ਲੱਗਿਆ। ਉਸ ਦਿਨ ਮੈਂ ਮੀਨਾ ਨੂੰ ਕਾਲਜ ਸਭ ਕੁਝ ਦੱਸ ਦਿੱਤਾ ਕਿ ਮੈਂ ਕਿਸ ਨੂੰ ਪਿਆਰ ਕਰਦੀ ਹਾਂ ਤੇ ਅਸੀਂ ਲੁਕ-ਲੁਕ ਕੇ ਮਿਲਣ ਲੱਗੇ ਸੀ ਤੇ ਇਹ ਬੱਚਾ ਉਸਦਾ ਹੀ ਹੈ। ਹੁਣ ਮੈਂ ਕੀ ਕਰਾਂ? ਉਹ ਕਹਿਣ ਲੱਗੀ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਬਸ ਉਸ ਲੜਕੇ ਨੂੰ ਕਹਿ ਕਿ ਉਹ ਛੇਤੀ ਤੇਰੇ ਨਾਲ ਵਿਆਹ ਕਰ ਲਵੇ, ਨਹੀਂ ਤਾਂ ਬਹੁਤ ਬੁਰਾ ਹੋਵੇਗਾ। ਅਜੇ ਇਸ ਬੱਚੇ ਬਾਰੇ ਕੋਈ ਨਹੀਂ ਜਾਣਦਾ। ਜੇਕਰ ਕੁਝ ਮਹੀਨੇ ਬੀਤ ਗਏ ਤਾਂ ਲੁਕਾਉਣਾ ਮੁਸ਼ਕਿਲ ਹੋ ਜਾਵੇਗਾ। ਮੈਂ ਉਸਨੂੰ ਕਿਹਾ ਕਿ ਉਸਨੇ ਆਪਣੇ ਘਰ ਵਾਲਿਆਂ ਨੂੰ ਭੇਜਣ ਦਾ ਕਿਹਾ ਹੈ। ਅੱਜ ਮੈਂ ਘਰ 'ਚ ਦੱਸਾਂਗੀ ਕਿ ਮੈਂ ਕਿਸੇ ਨੂੰ ਪਸੰਦ ਕਰਦੀ ਹਾਂ। ਘਰ ਆ ਕੇ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਮਾਂ, ਮੈਂ ਇੱਕ ਲੜਕੇ ਨੂੰ ਪਸੰਦ ਕਰਦੀ ਹਾਂ ਤੇ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਉਹ ਲੜਕਾ ਵੀ ਰਿਸ਼ਤਾ ਮੰਗਣ ਲਈ ਆਉਣਾ ਚਾਹੁੰਦਾ ਹੈ। ਮਾਂ ਨੂੰ ਇਹ ਗੱਲ ਸੁਣ ਕੇ ਬਹੁਤ ਗੁੱਸਾ ਆਇਆ। ਉਹ ਬੋਲੀ ਕਿ ਹੁਣ ਤੂੰ ਖੁਦ ਲੜਕਾ ਪਸੰਦ ਕਰੇਂਗੀ? ਇਹੀ ਸੰਸਕਾਰ ਦਿੱਤੇ ਨੇ ਮੈਂ ਤੈਨੂੰ। ਖਬਰਦਾਰ, ਜੇ ਉੱਥੋਂ ਕੋਈ ਆਇਆ ਨਾ ਕਰ ਦੇ ਉਹਨਾਂ ਨੂੰ। ਅਜੇ ਤਾਂ ਤੂੰ ਹੋਰ ਪੜ੍ਹਨਾ ਹੈ, ਵਿਆਹ ਦੇ ਚੱਕਰ 'ਚ ਨਹੀਂ ਪੈਣਾ। ਸਮਾਂ ਆਉਣ 'ਤੇ ਅਸੀਂ ਤੇਰੇ ਲਈ ਚੰਗਾ ਰਿਸ਼ਤਾ ਲੱਭ ਕੇ ਤੇਰਾ ਵਿਆਹ ਕਰ ਦਿਆਂਗੇ। ਮੈਂ ਕੁਝ ਕਹਿਣ ਲਈ ਮੂੰਹ ਖੋਲ੍ਹਿਆ ਹੀ ਸੀ ਤਾਂ ਮਾਂ ਬੋਲੀ ਕਿ ਬਸ, ਮੈਂ ਹੁਣ ਹੋਰ ਕੁਝ ਨਹੀਂ ਸੁਣਨਾ। ਅਗਲੇ ਦਿਨ ਮੈਂ ਰਾਕੇਸ਼ ਨੂੰ ਦੱਸਿਆ ਤਾਂ ਉਹ ਸੋਚਦੇ ਹੋਏ ਬੋਲਿਆ ਕਿ ਹੁਣ ਭੱਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਤੂੰ ਗਰਭਵਤੀ ਨਾ ਹੁੰਦੀ ਤਾਂ ਇੰਤਜ਼ਾਰ ਕਰ ਲੈਂਦੇ, ਪਰ ਹੁਣ ਅਜਿਹੀ ਹਾਲਤ 'ਚ ਕੋਰਟ ਮੈਰਿਜ ਹੀ ਇਸ ਸਮੱਸਿਆ ਦਾ ਇੱਕੋ ਇੱਕ ਹੱਲ ਹੈ। ਤੂੰ ਇਸ ਤਰ੍ਹਾਂ ਕਰ, ਅੱਜ ਰਾਤ ਨੂੰ ਆਪਣਾ ਜ਼ਰੂਰੀ ਸਮਾਨ ਲੈ ਕੇ ਤਿਆਰ ਰਹੀਂ। ਅਸੀਂ ਰਾਤ ਨੂੰ ਭੱਜ ਕੇ ਸਵੇਰੇ ਕੋਰਟ 'ਚ ਵਿਆਹ ਕਰ ਲਵਾਂਗੇ। ਮੈਂ ਉਸਦੀ ਗੱਲ ਨਾ ਮੰਨਦੀ ਤਾਂ ਕੀ ਕਰਦੀ? ਉਂਝ ਵੀ ਮਜਬੂਰੀ ਮੇਰੀ ਕਿਸਮਤ ਬਣ ਚੁੱਕੀ ਸੀ। ਉਸ ਰਾਤ ਮੈਂ ਆਪਣਾ ਜ਼ਰੂਰੀ ਸਮਾਨ ਇੱਕ ਛੋਟੇ ਜਿਹੇ ਬੈਗ 'ਚ ਪਾਇਆ ਤੇ ਸਾਰਿਆਂ ਦੇ ਸੌਣ ਦੀ ਉਡੀਕ ਕਰਨ ਲੱਗੀ। ਜਦੋਂ ਸਾਰੇ ਸੌ ਗਏ ਤਾਂ ਮੈਂ ਹਿੰਮਤ ਕਰਕੇ ਬੈਗ ਉਠਾਇਆ ਤੇ ਬਾਹਰ ਆ ਗਈ। ਬਾਹਰ ਗਲੀ ਦੇ ਕੋਨੇ ਤੇ ਰਾਕੇਸ਼ ਮੇਰੀ ਉਡੀਕ ਕਰ ਰਿਹਾ ਸੀ। ਮੈਂ ਮੋਟਰਸਾਈਕਲ ਤੇ ਬੈਠ ਕੇ ਉਸ ਨਾਲ ਆ ਗਈ। ਦੂਰ ਬੰਗਲੇ ਕੋਲ ਉਸਨੇ ਆਪਣਾ ਮੋਟਰਸਾਈਕਲ ਰੋਕਿਆ ਤੇ ਮੈਨੂੰ ਅੰਦਰ ਆਉਣ ਲਈ ਕਿਹਾ। ਮੈਂ ਪੁੱਛਿਆ ਕਿ ਇਹ ਕਿਸ ਦਾ ਘਰ ਹੈ? ਉਹ ਬੋਲਿਆ ਕਿ ਇਹ ਉਸਦੇ ਦੋਸਤ ਦਾ ਘਰ ਹੈ ਤੇ ਅੱਜ ਰਾਤ ਅਸੀਂ ਇੱਥੇ ਹੀ ਰੁਕਾਂਗੇ। ਮੈਂ ਝਿਜਕਦੇ ਹੋਏ ਅੰਦਰ ਗਈ ਤਾਂ ਉੱਥੇ ਹੋਰ ਵੀ ਲੜਕੀਆਂ ਸਨ ਤੇ ਮਰਦ ਵੀ। ਉੱਥੋਂ ਦੀ ਉਹ ਮੈਨੂੰ ਅੱਗੇ ਡਰਾਇੰਗ ਰੂਮ ਵਰਗੇ ਕਮਰੇ 'ਚ ਲੈ ਗਿਆ, ਜਿੱਥੇ ਇੱਕ ਵੱਡੀ ਔਰਤ ਮੰਜੇ ਤੇ ਬੈਠ ਕੇ ਪਾਨ ਚਬਾ ਰਹੀ ਸੀ। ਲੈ ਆਇਆ ਲੜਕੀ ਰਾਕੇਸ਼, ਉਹ ਔਰਤ ਰਾਕੇਸ਼ ਨੂੰ ਦੇਖ ਕੇ ਬੋਲੀ ਤਾਂ ਅੱਗੋਂ ਰਾਕੇਸ਼ ਨੇ ਕਮੀਨੇਪਨ ਨਾਲ ਮੇਰੇ ਵੱਲ ਦੇਖਦੇ ਹੋਏ ਕਿਹਾ, ਦੇਖ ਲਓ। ਉਸਨੇ ਫਿਰ ਉਸ ਔਰਤ ਨੂੰ ਕਿਹਾ ਕਿ ਮੈਨੂੰ ਦੇਰ ਹੋ ਰਹੀ ਹੈ, ਇਸ ਲਈ ਮੈਨੂੰ ਮੇਰੇ ਪੈਸੇ ਦੇ ਦਿਓ। ਮੈਂ ਹੈਰਾਨ ਪਰੇਸ਼ਾਨ ਖੜੀ ਕਦੇ ਰਾਕੇਸ਼ ਵੱਲ ਤੇ ਕਦੇ ਉਸ ਔਰਤ ਵੱਲ ਦੇਖ ਰਹੀ ਸੀ। ਮੈਂ ਚੀਕ ਕੇ ਰਾਕੇਸ਼ ਨੂੰ ਕਿਹਾ ਕਿ ਇਹ ਸਭ ਕੀ ਹੈ ਤੇ ਤੂੰ ਇਸ ਔਰਤ ਤੋਂ ਕਿਸ ਚੀਜ਼ ਦੇ ਪੈਸੇ ਲੈ ਰਿਹਾ ਹੈ? ਰਾਕੇਸ਼ ਨੇ ਪੈਸੇ ਲਏ ਤੇ ਬਿਨਾਂ ਗੱਲ ਕੀਤੇ ਹੀ ਤੁਰ ਗਿਆ। ਮੈਂ ਉਸ ਦੇ ਪਿੱਛੇ ਭੱਜੀ ਤੇ ਇੱਕ ਆਦਮੀ ਨੇ ਮੈਨੂੰ ਫੜ ਲਿਆ। ਉਹ ਔਰਤ ਉੱਠੀ ਤੇ ਬੋਲੀ, ਉਹ ਤੈਨੂੰ ਵੇਚਣ ਆਇਆ ਸੀ। ਇਹ ਸੁਣ ਕੇ ਮੇਰਾ ਰੰਗ ਫਿੱਕਾ ਪੈ ਗਿਆ। ਮੈਂ ਨਾਚ ਆਪਣਾ ਸਿਰ ਹਿਲਾਇਆ ਤਾਂ ਉਹ ਔਰਤ ਬੋਲੀ, ਤੇਰਾ ਸੌਦਾ ਕਰਕੇ ਗਿਆ ਹੈ ਉਹ। ਹੁਣ ਤੂੰ ਮੇਰੇ ਕੋਠੇ ਦੀ ਰੌਣਕ ਹੈ, ਜਿਵੇਂ ਮੈਂ ਕਹਾਂਗੀ ਤੂੰ ਉਹੀ ਕਰੇਂਗੀ। ਉਸ ਦੀ ਗੱਲ ਸੁਣ ਕੇ ਮੈਂ ਚੀਕਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਇੱਥੇ ਨਹੀਂ ਰਹਿਣਾ, ਮੈਨੂੰ ਜਾਣ ਦਿਓ। ਉਹਨਾਂ ਲੋਕਾਂ ਨੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ, ਜਿੱਥੇ ਚੀਕ ਕੇ ਤੇ ਰੋ ਕੇ ਮੇਰੀ ਹਾਲਤ ਖਰਾਬ ਹੋ ਗਈ। ਰਾਕੇਸ਼ ਨੇ ਮੈਨੂੰ ਧੋਖਾ ਦਿੱਤਾ ਸੀ। ਇੱਕ ਔਰਤ ਦੱਸ ਰਹੀ ਸੀ ਕਿ ਉਹ ਪਹਿਲਾਂ ਵੀ 2 ਲੜਕੀਆਂ ਨੂੰ ਇੱਥੇ ਵੇਚ ਚੁੱਕਿਆ ਹੈ। ਉਸ ਔਰਤ ਦਾ ਖਾਸ ਚਮਚਾ ਤੇ ਲੜਕੀਆਂ ਦਾ ਦਲਾਲ, ਜਿਸ ਦਾ ਨਾਂ ਸੁਰੇਸ਼ ਸੀ, ਮੇਰੇ ਲਈ ਰੋਜ਼ ਖਾਣਾ ਦੇ ਕੇ ਜਾਂਦਾ ਤੇ ਸਮਝਾਉਂਦਾ ਕਿ ਜਿੱਦ ਨਾ ਕਰ, ਗੱਲ ਮੰਨ ਲੈ ਯਮਨਾ ਬਾਈ ਦੀ। ਉਹ ਕਦੇ-ਕਦੇ ਮੈਨੂੰ ਮਾਰਦਾ ਵੀ ਸੀ। ਅੱਜ ਵੀ ਉਹ ਮੇਰੇ ਲਈ ਖਾਣਾ ਲਿਆਇਆ ਤੇ ਮੈਂ ਚੁੱਪਚਾਪ ਖਾਣਾ ਖਾ ਲਿਆ ਤੇ ਉਸਨੂੰ ਕਿਹਾ ਕਿ ਮੈਨੂੰ ਬਾਹਰ ਆਉਣ ਦੇ, ਮੇਰਾ ਇੱਥੇ ਦਮ ਘੁੱਟਦਾ ਹੈ। ਜਿਵੇਂ ਤੂੰ ਕਹੇਂਗਾ ਮੈਂ ਉਵੇਂ ਹੀ ਕਰਾਂਗੀ। ਇਹ ਸੁਣ ਕੇ ਉਹ ਬਹੁਤ ਖੁਸ਼ ਹੋਇਆ ਤੇ ਖਾਣਾ ਖਾਣ ਤੋਂ ਬਾਅਦ ਮੈਨੂੰ ਬਾਹਰ ਲੈ ਕੇ ਗਿਆ। ਯਮਨਾ ਬਾਈ ਵੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਤੇ ਇੱਕ ਲੜਕੀ ਨੂੰ ਬੁਲਾਇਆ, ਜਿਸ ਦਾ ਨਾਂ ਸ਼ੀਲਾ ਸੀ। ਉਸਨੇ ਉਸਨੂੰ ਕਿਹਾ ਕਿ ਰੀਨਾ ਦਾ ਹੁਲੀਆ ਸਹੀ ਕਰ ਦੇ ਤੇ ਇਸ ਨੂੰ ਸਭ ਕੁਝ ਸਿਖਾ ਦੇ, ਖਾਣ ਪੀਣ ਦਾ ਖਿਆਲ ਰੱਖਿਆ ਕਰ, ਇਹ ਪੇਟ ਤੋਂ ਹੈ। ਸ਼ੀਲਾ ਬਹੁਤ ਚੰਗੀ ਲੜਕੀ ਸੀ, ਮੇਰਾ ਬਹੁਤ ਖਿਆਲ ਰੱਖਦੀ ਸੀ। ਕੁਝ ਹੀ ਦਿਨਾਂ 'ਚ ਮੇਰੀ ਉਸ ਨਾਲ ਦੋਸਤੀ ਹੋ ਗਈ। ਉਹ ਵੀ ਮੇਰੇ ਵਾਂਗ ਹਾਲਤ ਦੀ ਸ਼ਿਕਾਰ ਹੋ ਕੇ ਇੱਥੇ ਪਹੁੰਚੀ ਸੀ। ਮੈਂ ਉਸਨੂੰ ਆਪਣਾ ਸਾਰਾ ਕਿੱਸਾ ਸੁਣਾਇਆ ਸੀ। ਉਸਨੇ ਮੈਨੂੰ ਕਿਹਾ ਕਿ ਤੂੰ ਕਿਸੇ ਨਾਲ ਇੱਥੋਂ ਭੱਜ ਜਾ। ਮੈਂ ਉਸਨੂੰ ਪੁੱਛਿਆ ਕਿ ਇਹ ਸੰਭਵ ਹੈ? ਮੇਰੀਆਂ ਅੱਖਾਂ ਚਮਕ ਆ ਗਈ।
ਉਸਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਇਸ ਕੋਠੇ ਤੇ ਮੈਨੂੰ ਉਸ ਵਾਂਗ ਬਾਜ਼ਾਰੂ ਔਰਤ ਨਹੀਂ ਬਣਨ ਦੇਵੇਗੀ। ਉਹ ਮੌਕਾ ਦੇਖ ਕੇ ਮੈਨੂੰ ਇੱਥੋਂ ਕੱਢ ਦੇਵੇਗੀ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਤਸੱਲੀ ਹੋਈ, ਪਰ ਸੁਰੇਸ਼ ਦੇ ਹੁੰਦੇ ਹੋਏ ਇਹ ਕਿਵੇਂ ਸੰਭਵ ਹੋ ਸਕਦਾ ਸੀ। ਪਰ ਇੱਕ ਦਿਨ ਇੱਕ ਨਵੀਂ ਲੜਕੀ ਆਈ ਸੀ ਤੇ ਸੁਰੇਸ਼ ਦਾ ਸਾਰਾ ਧਿਆਨ ਉਸ 'ਤੇ ਸੀ। ਸ਼ੀਲਾ ਨੇ ਚੋਰੀ ਗੇਟ ਦੇ ਤਾਲੇ ਦੀ ਚਾਬੀ ਬਣਵਾਈ ਤੇ ਸੁਰੇਸ਼ ਦੇ ਕਮਰੇ ਜਾ ਕੇ ਉਸ ਦੇ ਪਾਣੀ 'ਚ ਬੇਹੋਸ਼ੀ ਦੀ ਦਵਾਈ ਮਿਲਾਈ ਸੀ। ਸ਼ੀਲਾ ਨੇ ਮੈਨੂੰ ਕਿਹਾ ਕਿ ਅੱਜ ਤੈਨੂੰ ਇੱਥੋਂ ਹਰ ਹਾਲਤ 'ਚ ਨਿਕਲਣਾ ਹੈ, ਪਰ ਮੈਂ ਘਬਰਾ ਕੇ ਬੋਲੀ ਕਿ ਮੈਂ ਕਿੱਥੇ ਜਾਵਾਂਗੀ। ਸ਼ੀਲਾ ਨੇ ਮੈਨੂੰ ਕਿਹਾ ਕਿ ਦੁਨੀਆ ਬਹੁਤ ਵੱਡੀ ਹੈ, ਤੂੰ ਬਸ ਹਿੰਮਤ ਕਰ, ਸਹਾਰਾ ਮਿਲ ਹੀ ਜਾਂਦਾ ਹੈ। ਤੈਨੂੰ ਜਿੱਥੇ ਵੀ ਸਹਾਰਾ ਮਿਲੇਗਾ ਉਹ ਇਸ ਜਗ੍ਹਾ ਨਾਲੋਂ ਤਾਂ ਚੰਗਾ ਹੀ ਹੋਵੇਗਾ। ਮੈਂ ਸਿਰ ਹਿਲਾ ਕੇ ਉਸ ਦੀ ਗੱਲ ਮੰਨ ਲਈ। ਇਹ ਉਹ ਜਗ੍ਹਾ ਸੀ ਜਿੱਥੇ ਰਾਤ ਨੂੰ ਦਿਨ ਹੁੰਦਾ ਸੀ ਤੇ ਸਵੇਰੇ ਸਾਰੇ ਥੱਕ ਕੇ ਕੁਝ ਘੰਟਿਆਂ ਲਈ ਸੌ ਜਾਂਦੇ ਸਨ। ਇੱਥੇ ਰਾਤ ਨੂੰ ਨਿਕਲਣਾ ਸੰਭਵ ਨਹੀਂ ਸੀ, ਇਸ ਲਈ ਸ਼ੀਲਾ ਨੇ ਮੈਨੂੰ ਸਵੇਰੇ ਇੱਥੋਂ ਬਾਹਰ ਕੱਢਣ ਦੀ ਸਕੀਮ ਬਣਾਈ। ਜਦੋਂ ਸਾਰੇ ਸੌ ਰਹੇ ਸਨ ਤਾਂ ਮੈਂ ਆਪਣਾ ਸਮਾਨ ਉਠਾਇਆ ਤੇ ਦੱਬੇ ਪੈਰੀ ਸ਼ੀਲਾ ਨਾਲ ਗੇਟ ਤੱਕ ਆ ਗਈ। ਇੱਧਰ ਉੱਧਰ ਦੇਖਦੇ ਹੋਏ ਸ਼ੀਲਾ ਨੇ ਤਾਲਾ ਖੋਲ੍ਹਿਆ ਤੇ ਮੈਨੂੰ ਗਲੇ ਨਾਲ ਲਾ ਲਿਆ ਤੇ ਉੱਥੋਂ ਬਾਹਰ ਜਾਣ ਲਈ ਕਿਹਾ। ਮੈਂ ਜਾਂਦੇ ਹੋਏ ਸ਼ੀਲਾ ਨੂੰ ਕਿਹਾ ਕਿ ਮੈਂ ਤੇਰਾ ਇਹ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗੀ, ਭਗਵਾਨ ਤੈਨੂੰ ਇਸ ਦਾ ਫਲ ਜ਼ਰੂਰ ਦੇਵੇਗਾ। ਇਹ ਕਹਿ ਕੇ ਮੈਂ ਉੱਥੋਂ ਬਾਹਰ ਨਿਕਲ ਆਈ। ਸ਼ੀਲਾ ਨੇ ਫਿਰ ਤਾਲਾ ਲਾ ਦਿੱਤਾ। ਸ਼ੀਲਾ ਨੇ ਇਹ ਕਹਿੰਦੇ ਹੋਏ ਮੈਨੂੰ ਕੁਝ ਪੈਸੇ ਵੀ ਦਿੱਤੇ ਸਨ ਕਿ ਤੇਰੇ ਕੰਮ ਆਉਣਗੇ। ਮੈਂ ਹੁਣ ਘਰ ਨਹੀਂ ਜਾ ਸਕਦੀ ਸੀ, ਇਸ ਲਈ ਮੈਂ ਰਿਕਸ਼ੇ 'ਚ ਬੈਠ ਕੇ ਉਸ ਨੂੰ ਪਤਾ ਦੱਸ ਕਿਸੇ ਡਾਕਟਰ ਦੇ ਕਲੀਨਿਕ 'ਚ ਪਹੁੰਚ ਗਈ। ਕੁਝ ਘੰਟਿਆਂ ਬਾਅਦ ਡਾਕਟਰ ਸਾਹਿਬਾ ਵੀ ਆਪਣੇ ਕਲੀਨਿਕ ਤੇ ਆ ਗਈ। ਮੈਨੂੰ ਦੇਖ ਕੇ ਉਹਨਾਂ ਨੇ ਮੈਨੂੰ ਪਹਿਚਾਨ ਲਿਆ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਬਰਸ਼ਨ ਕਰਵਾਉਣਾ ਆਈ ਹਾਂ। ਉਹ ਮੇਰੀ ਸਾਰੀ ਸੱਚਾਈ ਜਾਣਨ ਤੋਂ ਬਾਅਦ ਬੋਲੀ ਕਿ ਇਹ ਗੁਨਾਹ ਦਾ ਕੰਮ ਮੈਂ ਨਹੀਂ ਕਰਾਂਗੀ ਤੇ ਮੈਨੂੰ ਆਪਣੇ ਘਰ ਲੈ ਗਈ। ਉਹ ਬਹੁਤ ਹੀ ਸਰਲ ਸੁਭਾਅ ਦੀ ਔਰਤ ਸੀ। ਮੇਰਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਿਆ ਤੇ ਸਭ ਕੁਝ ਜਾਣਦੇ ਹੋਏ ਵੀ ਮੇਰਾ ਵਿਆਹ ਆਪਣੇ ਛੋਟੇ ਭਰਾ ਰਾਜੇਸ਼ ਨਾਲ ਕਰਵਾ ਦਿੱਤਾ। ਉਹਨਾਂ ਨਾਲ ਹੀ ਮੈਨੂੰ ਕਿਹਾ ਕਿ ਰਾਜੇਸ਼ ਨੂੰ ਆਪਣੇ ਅਤੀਤ ਬਾਰੇ ਕਦੇ ਕੁਝ ਨਾ ਦੱਸੀ, ਮੈਂ ਸਭ ਸੰਭਾਲ ਲਵਾਂਗੀ। ਮੈਂ ਬਹੁਤ ਖੁਸ਼ ਸੀ। ਮੈਂ ਰਾਜੇਸ਼ ਨੂੰ ਕੁਝ ਨਹੀਂ ਦੱਸਿਆ, ਇਹ ਵੀ ਨਹੀਂ ਕਿ ਇਹ ਬੱਚਾ ਉਸਦਾ ਨਹੀਂ ਹੈ। ਉਸਦੇ ਹਿਸਾਬ ਨਾਲ ਮੈਂ 7ਵੇਂ ਮਹੀਨੇ 'ਚ ਬੱਚੇ ਨੂੰ ਜਨਮ ਦਿੱਤਾ ਸੀ। ਉਹ ਬਹੁਤ ਚੰਗਾ ਇਨਸਾਨ ਸੀ ਤੇ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰਾ ਬੇਟਾ ਜਦੋਂ 1 ਸਾਲ ਦਾ ਹੋ ਚੁੱਕਿਆ ਸੀ ਤਾਂ ਉਸ ਦਿਨ ਮੈਂ ਸੋਚਿਆ ਕਿ ਇਸ ਸਾਧੂ ਬਾਬਾ ਨੂੰ ਰਾਜੇਸ਼ ਦੇ ਸਾਹਮਣੇ ਬੁਲਾ ਲਵਾਂ, ਪਤਾ ਤਾਂ ਲੱਗੇ ਕਿ ਆਖਰ ਉਹ ਮੇਰੇ ਨਾਲ ਕੀ ਗੱਲ ਕਰਨਾ ਚਾਹੁੰਦਾ ਹੈ। ਮੈਂ ਗੇਟ ਖੋਲ੍ਹਿਆ ਤੇ ਉਸਨੂੰ ਅੰਦਰ ਆਉਣ ਲਈ ਕਹਿ ਦਿੱਤਾ। ਜਦੋਂ ਉਹ ਅੰਦਰ ਆਇਆ ਤਾਂ ਮੇਰੀ ਨਜ਼ਰ ਕੱਪੜੇ 'ਚ ਲੁਕੇ ਉਸਦੇ ਹੱਥ ਤੇ ਪਈ, ਜਿਸ ਤੇ ਉਹੀ ਘੁੰਗਰੂਆਂ ਦੀ ਪੱਟੀ ਬੰਨੀ ਹੋਈ ਸੀ ਜੋ ਸੁਰੇਸ਼ ਦੇ ਹੱਥ ਤੇ ਬੰਨੀ ਹੁੰਦੀ ਸੀ। ਮੇਰਾ ਦਿਲ ਤਾਂ ਜਿਵੇਂ ਧੜਕਣਾ ਹੀ ਭੁੱਲ ਗਿਆ, ਇਹ ਜਾਣ ਕੇ ਕਿ ਇਹ ਕਮੀਨਾ ਕੋਈ ਸਾਧੂ ਬਾਬਾ ਨਹੀਂ ਸਗੋਂ ਸਾਧੂ ਬਾਬਾ ਦੇ ਭੇਸ 'ਚ ਸੁਰੇਸ਼ ਹੈ। ਰਾਜੇਸ਼ ਨੇ ਉਸ ਤੋਂ ਪੁੱਛਿਆ ਕਿ ਤੂੰ ਮੇਰੇ ਘਰ ਦੇ ਚੱਕਰ ਕਿਉਂ ਲਾਉਂਦਾ ਹੈ ਤੇ ਕੀ ਕਹਿਣਾ ਚਾਹੁੰਦਾ ਹੈ। ਉਸਨੇ ਮੇਰੇ ਵੱਲ ਦੇਖਿਆ ਤੇ ਬੋਲਿਆ ਕਿ ਮੈਨੂੰ ਮਦਦ ਚਾਹੀਦੀ ਹੈ। ਉਸ ਦੀਆਂ ਗੱਲਾਂ ਤੋਂ ਮੈਨੂੰ ਪਸੀਨਾ ਆ ਰਿਹਾ ਸੀ। ਉਹ ਮੇਰੇ ਬਾਰੇ ਰਾਜੇਸ਼ ਨੂੰ ਦੱਸਣ ਹੀ ਵਾਲਾ ਸੀ ਕਿ ਰਾਜੇਸ਼ ਨੇ ਪੁੱਛਿਆ ਕਿ ਕਿਸ ਤਰ੍ਹਾਂ ਦੀ ਮਦਦ। ਉਹ ਕਹਿਣ ਲੱਗਿਆ ਕਿ ਮੈਂ ਬਹੁਤ ਗਰੀਬ ਹਾਂ, ਮੈਨੂੰ ਕਿਸੇ ਕੰਮ ਤੇ ਰੱਖ ਲਓ। ਰਾਜੇਸ਼ ਨੇ ਕੁਝ ਪੈਸੇ ਦੇ ਕੇ ਉਸ ਨੂੰ ਤੋਰਦਿਆਂ ਕਿਹਾ ਕਿ ਜੇਕਰ ਕੰਮ ਹੋਵੇਗਾ ਤਾਂ ਰੱਖ ਲਵਾਂਗਾ। ਅਗਲੇ ਦਿਨ ਰਾਜੇਸ਼ ਦੇ ਕੰਮ ਤੇ ਜਾਂਦੇ ਹੀ ਮੈਂ ਉਸ ਨੂੰ ਗੇਟ ਖੋਲ੍ਹ ਕੇ ਪੁੱਛਿਆ ਕਿ ਤੂੰ ਕੀ ਚਾਹੁੰਦਾ ਹੈ। ਉਸਨੇ ਕਿਹਾ ਕਿ ਉਹ ਕੋਠਾ ਛੱਡ ਚੁੱਕਾ ਹੈ, ਉਸ ਨੂੰ ਪੈਸੇ ਚਾਹੀਦੇ ਹਨ। ਮੈਂ ਉਸ ਨੂੰ ਪੈਸੇ ਦਿੱਤੇ, ਪਰ ਹਰ ਵਾਰ ਉਹ ਪੈਸੇ ਮੰਗਣ ਲਈ ਫਿਰ ਤੋਂ ਆ ਜਾਂਦਾ। ਮੈਂ ਬਹੁਤ ਵਾਰ ਪੈਸੇ ਦੇ ਚੁੱਕੀ ਸੀ, ਨਾ ਦਿੰਦੀ ਤਾਂ ਉਹ ਰਾਜੇਸ਼ ਨੂੰ ਸਭ ਕੁਝ ਦੱਸ ਦਿੰਦਾ। ਮੈਂ ਇਹ ਸੋਚਦੀ ਸੀ ਕਿ ਉਸ ਤੋਂ ਕਿਵੇਂ ਪਿੱਛਾ ਛੁਡਾਵਾਂ। ਮੇਰੇ ਮਨ 'ਚ ਉਸ ਨੂੰ ਮਾਰਨ ਤੋਂ ਇਲਾਵਾ ਕੁਝ ਨਹੀਂ ਆਉਂਦਾ ਸੀ, ਪਰ ਮੈਂ ਇਹ ਨਹੀਂ ਕਰ ਸਕਦੀ ਸੀ। ਪਰ ਹੁਣ ਉਸ ਦੇ ਬਲੈਕਮੇਲਿੰਗ 'ਚ ਨਹੀਂ ਆਵਾਂਗੀ, ਇਹ ਸੋਚ ਲਿਆ ਤੇ ਅਗਲੀ ਵਾਰ ਉਸ ਨੂੰ ਪੈਸੇ ਨਹੀਂ ਦਿੱਤੇ। ਉਹ ਧਮਕੀਆਂ ਦਿੰਦਾ ਰਿਹਾ, ਪਰ ਹੁਣ ਮੈਂ ਇਹ ਸੋਚ ਕੇ ਉਸ ਦੇ ਡਰ 'ਚੋਂ ਬਾਹਰ ਆਈ ਕਿ ਆਖਰ ਕਦੋਂ ਤੱਕ ਉਸ ਦੇ ਡਰ ਕਰਕੇ ਜਿਉਂਦੀ ਰਹਾਂਗੀ। ਅਗਲੇ ਦਿਨ ਉਹ ਫਿਰ ਆ ਗਿਆ ਤੇ ਮੈਨੂੰ ਦੱਸਿਆ ਕਿ ਰਾਜੇਸ਼ ਨੂੰ ਦੱਸ ਚੁੱਕਾ ਹਾਂ ਕਿ ਤੂੰ ਕੀ ਹੈ। ਇਹ ਸੁਣ ਕੇ ਮੈਂ ਕੰਬ ਗਈ। ਮੈਂ ਆਪਣਾ ਬਦਲਾ ਲੈ ਚੁੱਕਾ ਹਾਂ। ਇਹ ਆਖ ਉਹ ਹੱਸਣ ਲੱਗਿਆ ਕਿ ਉਸ ਵੇਲੇ ਰਾਜੇਸ਼ ਪੁਲਿਸ ਲੈ ਕੇ ਉੱਥੇ ਆ ਗਿਆ ਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਈ। ਰਾਜੇਸ਼ ਮੇਰੇ ਨਾਲ ਅੰਦਰ ਆ ਗਿਆ ਤੇ ਮੈਂ ਸਿਰ ਝੁਕਾ ਕੇ ਕੁਰਸੀ ਤੇ ਬੈਠ ਗਈ। ਰਾਜੇਸ਼ ਨੇ ਮੇਰੇ ਵੱਲ ਦੇਖਿਆ ਤੇ ਕਿਹਾ ਕਿ ਰੀਨਾ, ਮੈਨੂੰ ਇਹ ਸਭ ਕੁਝ ਪਹਿਲੇ ਦਿਨ ਤੋਂ ਹੀ ਪਤਾ ਸੀ। ਮੇਰੀ ਭੈਣ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਸੀ। ਮੈਨੂੰ ਤੂੰ ਚੰਗੀ ਲੱਗੀ, ਤੂੰ ਚੰਗੀ ਲੜਕੀ ਸੀ, ਪਰ ਤੇਰੇ ਨਾਲ ਬਹੁਤ ਗਲਤ ਹੋਇਆ ਸੀ ਤੇ ਮੈਂ ਤੈਨੂੰ ਇਸ ਦੀ ਸਜ਼ਾ ਕਿਉਂ ਦਿੰਦਾ। ਉਸ ਸਮੇਂ ਤੂੰ ਨਾਦਾਨ ਸੀ, ਤੈਨੂੰ ਪੂਰਾ ਹੱਕ ਸੀ ਕਿ ਤੂੰ ਵੀ ਚੰਗੀ ਜ਼ਿੰਦਗੀ ਜਿਉਵੇਂ। ਮੈਨੂੰ ਤੇਰੇ ਅਤੀਤ 'ਚ ਕੋਈ ਦਿਲਚਸਪੀ ਨਹੀਂ ਹੈ।
ਤੂੰ ਮੇਰੀ ਇੱਕ ਚੰਗੀ ਸਾਥੀ ਸਾਬਿਤ ਹੋਈ ਹੈ। ਮੈਨੂੰ ਤੇਰੇ ਨਾਲ ਬਹੁਤ ਪਿਆਰ ਹੈ। ਬਸ ਇੰਨਾ ਯਾਦ ਰੱਖੀ ਤੇ ਹਮੇਸ਼ਾ ਮੇਰਾ ਸਾਥ ਦੇਵੀਂ। ਰਾਜੇਸ਼ ਦੀਆਂ ਇਹ ਗੱਲਾਂ ਸੁਣ ਕੇ ਉਹਨਾਂ ਦੀ ਕਰਜ਼ਦਾਰ ਹੋ ਗਈ ਸੀ। ਉਹਨਾਂ ਦੇ ਅਹਿਸਾਨ, ਉਹਨਾਂ ਦੀ ਮੁਹੱਬਤ ਮੇਰੇ ਕਿਸੇ ਚੰਗੇ ਕਰਮਾਂ ਦਾ ਫਲ ਸੀ। ਉਹਨਾਂ ਦਾ ਜਿੰਨਾ ਸ਼ੁਕਰੀਆ ਅਦਾ ਕਰਦੀ ਉਹਨਾਂ ਘੱਟ ਸੀ। ਮੈਂ ਸੁੱਖ ਦਾ ਸਾਹ ਲੈ ਕੇ ਰਾਜੇਸ਼ ਵੱਲ ਦੇਖਿਆ ਤੇ ਸੋਚਿਆ ਕਿ ਦੁਨੀਆ 'ਚ ਅੱਜ ਵੀ ਅਜਿਹੇ ਚੰਗੇ ਤੇ ਮਹਾਨ ਲੋਕ ਮੌਜੂਦ ਹਨ ਜਿਵੇਂ ਇਹ ਭਰਾ ਭੈਣ। ਅਜਿਹੇ ਮਹਾਨ ਲੋਕ ਹਰ ਕਿਸੇ ਨੂੰ ਨਹੀਂ ਮਿਲਦੇ, ਪਰ ਮੈਂ ਖੁਸ਼ਕਿਸਮਤ ਹਾਂ ਕਿ ਜ਼ਮਾਨੇ ਦੀਆਂ ਠੋਕਰਾਂ ਤੋਂ ਬਚ ਗਈ। ਪਰ ਮੇਰੀ ਉਹਨਾਂ ਸਾਰੀਆਂ ਲੜਕੀਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜਵਾਨੀ 'ਚ ਕਦੇ ਕੋਈ ਅਜਿਹੀ ਗਲਤੀ ਨਾ ਕਰੋ ਜੋ ਤੁਹਾਡੇ ਮਾਤਾ ਪਿਤਾ ਦਾ ਸਿਰ ਸ਼ਰਮ ਨਾਲ ਝੁਕਾ ਦੇਵੇ ਤੇ ਤੁਸੀਂ ਵੀ ਸਾਰੀ ਜ਼ਿੰਦਗੀ ਬਦਨਾਮ ਹੋ ਕੇ ਰਹਿ ਜਾਓ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।